ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਨਵਾਂ ਰਣਜੀਤ ਨਗਾਰਾ ਤਿਆਰ ਕਰਵਾਇਆ ਹੈ ਤੇ ਤਿਸ ਰਣਜੀਤ ਨਗਾਰੇ ਨੂੰ ਲੈ ਕੇ ਸਤਿਗੁਰੂ ਜੀ ਘੋੜਸਵਾਰ ਫੌਜਾਂ ਸੰਯੁਕਤ ਉੱਤਰ ਦਿਸ਼ਾ ਵੱਲ ਨੂੰ ਸ਼ਿਕਾਰ ਖੇਲਣ ਗਏ ਹੈ ਤੇ ਬਿਲਾਸਪੁਰ ਦੇ ਨਿਕਟ ਹੀ ਜਾ ਸਤਿਗੁਰਾਂ ਨਗਾਰੇ ਤੇ ਦੋਹਰੀਆਂ ਚੋਭਾਂ ਲਗਵਾਈਆਂ, ਜਿਸ ਦੀ ਧੁਨੀ ਨਗਾਰੇ ਦੀ ਗੂੰਜ ਪਹਾੜਾਂ ਦੀਆਂ ਜਿੰਨੀਆਂ ਵੀ ਇਹ ਧਾਰਾਵਾਂ ਹਨ, ਇਹ ਸਭ ਪਹਾੜਾਂ ਦੀਆਂ ਧਾਰਾਵਾਂ ਦੇ ਵਿੱਚ ਨਗਾਰੇ ਦੀ ਗੂੰਜ ਫੈਲ ਗਈ ਹੈ, ਜੋ ਭੀਮ ਚੰਦ ਦੇ ਵੀ ਕੰਨੀ ਪਈ ਹੈ। ਸੁਣ ਕੇ ਦਹਿਲਿਆ ਕੰਬਿਆ ਤੇ ਵਜ਼ੀਰ ਨੂੰ ਪੁੱਛਦਾ ਹੈ, ਇਹ ਨਗਾਰਾ ਕੌਣ ਵਜਾ ਰਿਹਾ ਹੈ? ਅਮਾਤਯ ਜਿਹੜਾ ਹੈ ਵਜ਼ੀਰ, ਜੋ ਉਸ ਨੂੰ ਸੂਚਨਾ ਪ੍ਰਾਪਤ ਸੀ ਕਲਗੀਧਰ ਦੇ ਸੰਬੰਧ ਵਿੱਚ, ਉਹ ਭੀਮ ਚੰਦ ਨੂੰ ਦੱਸੀ ਤੇ ਕਿਹਾ ਕਿ ਰਾਜਨ ਸਤਿਗੁਰਾਂ ਦੇ ਨਾਲ ਤੁਹਾਨੂੰ ਮੇਲ ਮਿਲਾਪ ਰੱਖਣਾ ਚਾਹੀਦਾ। ਗੁਰੂ ਦੀ ਉਪਮਾ ਮੰਤਰੀ ਕੋਲੋਂ ਸੁਣੀ ਤੇ ਗੁਰਾਂ ਨਾਲ ਮੇਲ ਮਿਲਾਪ ਰੱਖਣ ਦੀ ਸਲਾਹ ਮੰਤਰੀ ਕੋਲੋਂ ਸੁਣੀ। ਭੀਮ ਚੰਦ ਨੂੰ ਬੜੀ ਨੇਕੀ ਤੇ ਚੰਗੀ ਲੱਗੀ। ਇਹ ਪ੍ਰਸੰਗ ਕੱਲ ਦੇ ਦੀਵਾਨਾਂ ਅੰਦਰ ਆਪਾਂ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਭੀਮ ਚੰਦ ਕਹਿਲੂਰੀਆ। ਕਹਿਲੂਰ ਦਾ ਰਾਜਾ ਭੀਮ ਚੰਦ ਸੈਲ ਨਰਿੰਦ ਬਿਲੰਦ, ਜੋ ਪਹਾੜੀ ਰਾਜਾ ਹੈ ਤੇ ਬਿਲੰਦ ਹੈ, ਵੱਡਾ ਰਾਜਾ ਹੈ ਸਾਰੇ ਪਹਾੜੀ ਰਾਜਿਆਂ ਚੋਂ। ਸੁਣ ਸਤਿਗੁਰ ਕੇ ਸੁਜਸ ਕੋ, ਆਪਣੇ ਮੰਤਰੀ ਦੁਆਰਾ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦਾ ਸ੍ਰੇਸ਼ਟ ਜਸ ਸੁਣਿਆ। ਹਿਰਦੇ ਵਿਸ਼ਾਲ ਆਨੰਦ, ਤੇ ਹਿਰਦੇ 'ਚ ਬੜਾ ਆਨੰਦਿਤ ਹੋਇਆ। ਗੁਰੂ ਉਪਮਾ ਸੁਣ ਕੇ ਤੇ ਬੜੀ ਖੁਸ਼ੀ ਹੋਈ। ਜਾਓ ਪਈ ਸਚਵਨ ਸੰਗ ਮੰਤਰ ਪੁਨ ਕਰਿਓ। ਆਪਣੇ ਮੰਤਰੀ ਗਣਾਂ ਦੇ ਨਾਲ ਸਲਾਹ ਕੀਤੀ ਹੈ ਭੀਮ ਚੰਦ ਨੇ। ਸੰਦ ਵਿਖੇ ਗੁਣ ਬ੍ਰਿੰਦ ਵਿਚਰਿਓ, ਤੇ ਗੁਰਾਂ ਨਾਲ ਸੰਧੀ ਕਰਨ ਵਿੱਚ ਬਹੁਤ ਗੁਣ ਬਹੁਤ ਲਾਭ ਜਿਹੜੇ ਹੈ ਉਹ ਵਿਚਾਰੇ ਹੈ ਕਿ ਸਤਿਗੁਰਾਂ ਨਾਲ ਸੰਧੀ ਵਿੱਚ ਬੜੇ ਵੱਡੇ ਲਾਭ ਹੈ।
ਸੁਨਹੁ ਵਜ਼ੀਰ ਪ੍ਰਥਮ ਤਹਿ ਜਈਐ। ਸਾਰੇ ਹੀ ਸਭਾ ਸਦਾ ਨਾਲ ਸਲਾਹ ਕਰਨ ਉਪਰੰਤ ਉਸ ਅਮਾਤਯ ਨੂੰ, ਵਜ਼ੀਰ ਨੂੰ ਭੀਮ ਚੰਦ ਕਹਿਣ ਲੱਗਾ ਕਿ ਹੇ ਅਮਾਤਯ, ਤੂੰ ਹੀ ਪ੍ਰਥਮ ਕਲਗੀਧਰ ਪਾਤਸ਼ਾਹ ਸਤਿਗੁਰਾਂ ਕੋਲ ਜਾਣਾ ਕਰ। ਭੇਤ ਸਕਲ ਬਾਤਨ ਤੇ ਪਈਐ। ਤੇ ਪਹਿਲਾਂ ਜਾ ਕੇ ਤੇ ਸਤਿਗੁਰਾਂ ਦੇ ਨਾਲ ਮਿਲ ਕੇ ਸਾਰੀਆਂ ਗੱਲਾਂ ਦਾ ਜਿਹੜਾ ਭੇਦ ਹੈ ਉਹ ਲੈਣਾ ਕਰ। ਹਮ ਕੰਨੈ ਕਹੁ ਟੇਕਨ ਮਾਥਾ। ਤੇ ਹਮ ਕੰਨ ਅਰਥਾਤ ਮੇਰੇ ਵੱਲੋਂ ਸਤਿਗੁਰਾਂ ਨੂੰ ਮੱਥਾ ਟੇਕੀ, ਮੇਰੇ ਵੱਲੋਂ ਸਤਿਗੁਰਾਂ ਨੂੰ ਨਮਸਕਾਰ ਕਰੀ। ਪੁਨ ਗੁਰ ਸਾਥ ਮੇਲ ਕੀ ਗਾਥਾ। ਅਤੇ ਫਿਰ ਸਤਿਗੁਰਾਂ ਦੇ ਨਾਲ ਮੇਲ ਦੀ ਸੰਧੀ ਦੀ ਜਿਹੜੀ ਗਾਥਾ ਹੈ ਇਹ ਚਲਾਈ। ਅਪਰ ਨਰੇਸ਼ਨ ਸਾਮ ਹਮ ਨਾਹੀ। ਤੇ ਇਸ ਤਰ੍ਹਾਂ ਕਹੀਂ ਕਲਗੀਆਂ ਵਾਲੇ ਸਤਿਗੁਰਾਂ ਨੂੰ ਕਿ ਸਤਿਗੁਰੂ ਜੀ ਹਮ ਅਰਥਾਤ ਭੀਮ ਚੰਦ ਰਾਜਾ ਜਿਹੜਾ ਇਹ ਹੋਰ ਬਾਕੀ ਰਾਜਿਆਂ ਵਰਗਾ ਅਭਿਮਾਨੀ ਜਾਂ ਬਾਕੀ ਰਾਜਿਆਂ ਵਾਂਗੂ ਇਹ ਦੁਰਾਚਾਰੀ ਜਾਂ ਅਤਿਆਚਾਰੀ ਇਸ ਤਰ੍ਹਾਂ ਦਾ ਰਾਜਾ ਨਹੀਂ ਹੈ। ਸਦਾ ਬਾਸ ਬਸ ਹੈ ਪੁਰ ਪਾਹੀ। ਤੇ ਹਮੇਸ਼ਾ ਹੀ ਤੁਸੀਂ ਸਾਡੇ ਨਿਕਟ, ਸਾਡੇ ਕੋਲ ਵਸਦੇ ਹੋ, ਅਥਵਾ ਅਸੀਂ ਤੁਹਾਡੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਦੇ ਕੋਲ ਹੀ ਇੱਥੇ ਬਿਲਾਸਪੁਰ ਵਿੱਚ ਵਾਸ ਕਰਦੇ ਹਾਂ। ਅਨਕ ਬਿਦਨ ਕੇ ਰਾਜਨ ਕਾਜ। ਤੇ ਰਾਜ ਦੇ ਅਨੇਕਾਂ ਕਾਜ ਹੁੰਦੇ ਆ, ਰਾਜ ਦਰਬਾਰ ਦੇ ਅਨੇਕ ਤਰ੍ਹਾਂ ਦੇ ਕੰਮਕਾਰ ਬਣੇ ਰਹਿੰਦੇ ਐ। ਪਰਹ ਆਨ ਜੁਧ ਚਮੂ ਸਮਾਜ। ਚਮੂ ਫੌਜ ਦੇ ਸਮਾਜ ਸੰਯੁਗਤ ਜਦ ਕਦੇ ਵੀ ਕੋਈ ਕੰਮ ਆਣ ਪਵੇ, ਅਵਸ਼ਕਤਾ ਆਣ ਬਣੇ, ਸੰਦ ਕਰੇ ਸੁਧ ਰਹਿ ਦੋਹੂ ਔਰ। ਤੇ ਸੰਧੀ ਕਰਨ ਨਾਲ ਦੋਨੋਂ ਹੀ ਤਰਫਾਂ ਤੋਂ ਲਾਭ ਹੁੰਦਾ ਹੈ। ਸੰਧੀ ਕਰਨ ਦੇ ਨਾਲ ਦੋਨੋਂ ਹੀ ਧਿਰਾਂ ਨੂੰ ਮੁਨਾਫਾ ਹੁੰਦਾ ਹੈ। ਘਾਲ ਸਕੈ ਹੈ ਨਹਿ ਸ਼ਤਰੂ ਜ਼ੋਰ। ਦੋ ਰਾਜਿਆਂ ਦੀ ਜਾਂ ਦੋ ਬਲਵਾਨਾਂ ਦੀ, ਦੋ ਸ਼ਕਤੀਸ਼ਾਲੀਆਂ ਦੀ ਸੰਧੀ ਹੋ ਜਾਵੇ ਤੇ ਸ਼ਤਰੂ ਜਿਹੜਾ ਫਿਰ ਉਹਦਾ ਕੋਈ ਜ਼ੋਰ ਨਹੀਂ ਚੱਲਦਾ, ਵੈਰੀ ਦੀ ਫਿਰ ਕੋਈ ਪੇਸ਼ ਨਹੀਂ ਚੱਲਦੀ। ਸਭ ਹੀ ਰੀਤ ਹੋਏ ਹਮ ਆਸ਼ੇ। ਤੇ ਹਰ ਤਰ੍ਹਾਂ ਦੇ ਨਾਲ ਹੀ ਇਹ ਸਾਨੂੰ ਬੜੀ ਚੰਗੀ ਗੱਲ ਹੋਵੇਗੀ ਜੇ ਸੰਧੀ ਕਰ ਲਈਏ ਤੇ ਇਹਦੇ ਵਿੱਚ ਆਪਾਂ ਦੋਨੋਂ ਹੀ ਧਿਰਾਂ ਨੂੰ ਬੜਾ ਮੁਨਾਫਾ ਹੈ, ਬੜਾ ਲਾਭ ਹੈ। ਬਨ ਹੈ ਸਹਾਇਕ ਜਬ ਹੂੰ ਬਾਸ਼ੇ। ਜਦ ਕਦੇ ਬਾਛੇ ਨਾਮ ਇੱਛਾ ਹੋਈ ਤੇ ਤੁਸੀਂ ਸਾਡੇ ਸਹਾਇਕ ਬਣਿਓ, ਤੇ ਜਦ ਕਦੇ ਤੁਹਾਨੂੰ ਅਵਸ਼ਕਤਾ ਹੋਈ ਤੇ ਅਸੀਂ ਤੁਹਾਡੇ ਸਹਾਇਕ ਬਣ ਜਾਵਾਂਗੇ। ਜੇ ਸਨਮਾਨ ਹੈ ਮੋਹਿ ਮਿਲਾਪ। ਸੋ ਹੇ ਅਮਾਤਯ, ਜੇ ਸਤਿਗੁਰੂ ਜੀ ਇਹਨਾਂ ਗੱਲਾਂ ਨੂੰ ਸੁਣ ਕੇ ਮੇਰਾ ਸਨਮਾਨ ਕਰਨ, ਮੇਰੀਆਂ ਇਹਨਾਂ ਗੱਲਾਂ ਦਾ ਅਦਬ ਕਰਨ, ਤਾਂ ਫਿਰ ਮੇਰਾ ਸਤਿਗੁਰਾਂ ਦੇ ਨਾਲ ਜਿਹੜਾ ਮਿਲਾਪ ਹੈ ਪਹੁੰਚ ਆਪ ਕੀ ਲੀਜੈ ਥਾਪ। ਇਹ ਸਤਿਗੁਰਾਂ ਦੇ ਨਾਲ ਇਹ ਜਿਹੜੀ ਪਹੁੰਚ ਹੈ ਇਹ ਨਿਯੁਕਤ ਕਰ ਲਵੇਂ।
ਮੇਰੇ ਮਿਲਾਪ ਦੀ ਗੱਲ ਜਿਹੜੀ ਹੈ ਉਹ ਸਤਿਗੁਰਾਂ ਨਾਲ ਕਰੀ ਕਿ ਭੀਮ ਚੰਦ ਰਾਜਾ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ ਤੇ ਆਪ ਜੀ ਨੂੰ ਮਿਲ ਕੇ ਲੀਜੈ ਥਾਪ, ਆਪ ਜੀ ਤੋਂ ਥਾਪੜਾ ਲੈਣਾ ਚਾਹੁੰਦਾ ਹੈ, ਅਥਵਾ ਥਾਪ ਨਾਮ ਹੈ ਨਿਯੁਕਤ ਦਾ, ਭਾਵ ਦਿਨ ਮੁਕਰਰ ਕਰ ਲੈਣਾ। ਹੇ ਅਮਾਤਿਆ, ਜੇ ਗੁਰੂ ਮੇਰੇ ਇਹਨਾਂ ਗੱਲਾਂ ਦਾ ਅਦਬ ਸਤਿਕਾਰ ਕਰਨ ਤੇ ਉਹਨਾਂ ਦੇ ਨਾਲ ਫਿਰ ਮਿਲਾਪ ਦਾ ਦਿਨ ਜਿਹੜਾ ਹੈ ਉਹ ਬੰਨ ਲੈਣਾ, ਮਿਲਾਪ ਦਾ ਜਿਹੜਾ ਦਿਨ ਹੈ ਉਹ ਮੁਕਰਰ ਕਰ ਲੈਣਾ। ਆਪਨੋ ਓਜ ਪ੍ਰਤਾਪ ਦਿਖਾਵਹੁ, ਅਤੇ ਫਿਰ ਆਪਣਾ ਜਿਹੜਾ ਓਜ ਹੈ, ਬਲ ਹੈ, ਇਸ ਬਲ ਦਾ ਪ੍ਰਤਾਪ ਵੀ ਸਤਿਗੁਰਾਂ ਨੂੰ ਵਿਖਾਵੀਂ। ਨ੍ਰਿਪ ਸਭ ਤੇ ਵਡਿਆਏ ਬਤਾਵਹੁ, ਇਹ ਵੀ ਦਸੀ ਕਲਗੀਧਰ ਜੀ ਨੂੰ ਕਿ ਭੀਮ ਚੰਦ ਰਾਜਾ ਜਿੰਨੇ ਵੀ ਇਸ ਪਹਾੜੀ ਰਾਜਿਆਂ ਦੇ ਰਜਵਾੜੇ ਹਨ, ਅਥਵਾ ਜਿੰਨੇ ਵੀ ਇਹ ਰਾਜ੍य ਹਨ, ਸਾਰੇ ਹੀ ਰਾਜਿਆਂ ਦੇ ਨਾਲੋਂ ਬਲਸ਼ਾਲੀ ਅਤੇ ਸਾਰਿਆਂ ਦੇ ਨਾਲੋਂ ਇਹ ਦੀਰਘ ਵੱਡਾ ਰਾਜਾ ਹੈ। ਇਤਿਆਦਿਕ ਕਹਿ ਅਨਕ ਪ੍ਰਕਾਰੀ, ਇਤਿਆਦ ਅਨੇਕ ਤਰ੍ਹਾਂ ਦੇ ਨਾਲ ਭੀਮ ਚੰਦ ਨੇ ਆਪਣੇ ਮੰਤਰੀ ਨੂੰ ਸਤਿਗੁਰਾਂ ਦੇ ਨਾਲ ਬਚਨ ਵਿਲਾਸ ਕਰਨ ਵਾਸਤੇ ਸਮਝਾ ਕੇ ਤੋਰਿਆ। ਪਠਿਓ ਵਜ਼ੀਰ ਗਰੇਸ਼ ਹੰਕਾਰੀ, ਜਿਹੜਾ ਇਹ ਹੰਕਾਰੀ ਹੈ, ਅਭਿਮਾਨੀ ਹੈ ਭੀਮ ਚੰਦ, ਇਸ ਅਭਿਮਾਨੀ ਭੀਮ ਚੰਦ ਨੇ ਆਪਣੇ ਮੰਤਰੀ ਨੂੰ ਸਤਿਗੁਰਾਂ ਵੱਲ ਭੇਜਿਆ। ਮਾਨਵ ਬ੍ਰਿੰਦ ਸੰਗ ਕਰ ਦੀਨੇ, ਤੇ ਬਹੁਤ ਮਨੁੱਖ ਮੰਤਰੀ ਦੇ ਨਾਲ ਭੇਜੇ ਹੈ। ਰਜਤ ਲਛਟਕਾ ਕਰ ਗਹਿ ਲੀਨੇ, ਜਿਨ੍ਹਾਂ ਨੇ ਰਜਤ ਚਾਂਦੀ ਦੀਆਂ ਲਸ਼ਟਕਾਂ ਕਹੀਏ ਚੋਬਾਂ ਹੱਥ ਵਿੱਚ ਪਕੜੀਆਂ ਹੋਈਆਂ, ਫੜੀਆਂ ਹੋਈਆਂ। ਗਮਨਿਓ ਚੜ ਸੁੰਦਰ ਚੰਪਾਨ, ਮੰਤਰੀ ਸੋਹਣੀ ਚੰਪਾਣ, ਇਹ ਪਹਾੜੀ ਰਾਜਿਆਂ ਦੀ ਪਾਲਕੀ ਨੂੰ ਚੰਪਾਣ ਕਹਿੰਦੇ ਆ। ਸੋ ਇਧਰ ਪਹਾੜ ਦੀ ਜਿਹੜੀ ਚੰਪਾਣ ਹੈ, ਸੁਖ ਪਾਲਕੀ ਹੈ, ਉਸ ਪਾਲਕੀ ਤੇ ਚੜ ਕੇ ਅਮਾਤਯ ਚੱਲ ਪਿਆ। ਚਲੇ ਟਲੈਤ ਸ਼ਸਤਰ ਧਰ ਪਾਨ, ਨਾਲ ਜਿਹੜੇ ਟਲੈਤ ਹੈ, ਸੂਰਮੇ ਹੈ, ਜਿਨ੍ਹਾਂ ਨੇ ਆਪਣੇ ਅੰਗਾਂ ਦੇ ਵਿੱਚ ਸ਼ਸਤਰ ਧਾਰਨ ਕੀਤੇ ਹੋਏ, ਉਹ ਸੂਰਮੇ ਵੀ ਨਾਲ ਚੱਲ ਪਏ। ਓਤ ਪ੍ਰਸੰਗ ਨ੍ਰਿਪ ਕੋ ਤਿਸ ਬੇਰਾ, ਭੀਮ ਚੰਦ ਰਾਜੇ ਦਾ ਪ੍ਰਸੰਗ ਤੇ ਬਿਲਾਸਪੁਰ ਵਿੱਚ ਇਸ ਤਰ੍ਹਾਂ ਹੋਇਆ। ਏਤ ਸਤਪੁਰ ਬਹੁ ਖੇਲ ਅਖੇਰਾ, ਇੱਧਰ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਜੰਗਲ ਦੇ ਵਿੱਚ ਰਣਜੀਤ ਨਗਾਰਾ ਵਜਾਉਂਦੇ ਹੋਏ, ਨਾਨਾ ਤਰ੍ਹਾਂ ਦੇ ਨਾਲ ਸ਼ਿਕਾਰ ਖੇਲਦੇ, ਜੀਵਾਂ ਦੀ ਕਲਿਆਣ ਕਰਦੇ ਹੋਏ, ਹਟੇ ਬਜਤ ਰਣਜੀਤ ਨਗਾਰਾ, ਤੇ ਸਤਿਗੁਰੂ ਜੀ ਫਿਰ ਵਾਪਸ ਸ੍ਰੀ ਅਨੰਦਪੁਰ ਸਾਹਿਬ ਨਗਰੀ ਵੱਲ ਮੁੜੇ ਹੈ। ਤੇ ਵਾਪਸ ਆਉਂਦਿਆਂ ਵੀ ਰਣਜੀਤ ਨਗਾਰਾ ਵੱਜ ਰਿਹਾ ਹੈ। ਦੁਗਨ ਵੀਰ ਰਸ ਸੁਭਟਨ ਧਾਰਾ, ਨਗਾਰੇ ਦੀਆਂ ਚੋਬਾਂ ਨੂੰ ਲੱਗਦਿਆਂ ਹੋਇਆਂ ਵੇਖ, ਨਗਾਰੇ ਦੀ ਗੂੰਜ ਸੁਣ, ਸੂਰਮਿਆਂ ਦੇ ਮਨ ਦੇ ਵਿੱਚ ਦੁੱਗਣੀ ਸੂਰਮਤਾ, ਦੁੱਗਣੀ ਬਹਾਦਰੀ, ਦੁੱਗਣਾ ਸਾਹਸ ਵਧਿਆ। ਦਿਨ ਪ੍ਰਤ ਅਦਕ ਪ੍ਰਤਾਪ ਸਮਾਜਾ, ਪ੍ਰਤੀ ਦਿਨ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦਾ ਪ੍ਰਤਾਪ ਵਧ ਰਿਹਾ, ਤੇ ਸਤਿਗੁਰਾਂ ਦਾ ਜੋ ਸਮਾਜ ਹੈ, ਹਾਥੀ ਘੋੜੇ
ਫੌਜਾਂ ਸ਼ਸਤਰ ਆਦ ਇਹ ਵੀ ਸਮਾਜ ਵੱਧ ਰਿਹਾ ਹੈ। ਜਿਸ ਪ੍ਰਕਾਰ ਹੋਏ ਕੋ ਬੜ ਰਾਜਾ। ਇਉਂ ਕਲਗੀਆਂ ਵਾਲੇ ਦਾ ਪ੍ਰਤਾਪ ਵੱਧ ਰਿਹਾ ਹੈ, ਜਿਵੇਂ ਕੋਈ ਬਹੁਤ ਵੱਡਾ ਅਵਨੀ ਤਲ ਦਾ ਸਮਰਾਟ ਹੋਵੇ। ਹਨਗੇ ਤਾਂ ਤ੍ਰਿਲੋਕੀਨਾਥ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ, ਪਰ ਹੁਣ ਸੰਸਾਰ ਦੇ ਵਿੱਚ ਜਿੱਥੇ ਅਵਤਾਰ ਲੈ ਕੇ ਆਏ ਹੈ ਗੁਰੂ ਕੁਲ ਦੇ ਵਿੱਚ, ਇਹ ਤਾਂ ਫਕੀਰਾਂ ਦੀ ਗੱਦੀ ਹੈ ਨਾ, ਪਰ ਸਤਿਗੁਰੂ ਸਾਹਿਬਾਂ ਦਾ ਤਖਤ ਲਾ ਕੇ ਬੈਠਣਾ, ਫੌਜਾਂ ਕੋਲ ਰੱਖਣੀਆਂ, ਘੋੜੇ ਕੋਲ ਰੱਖਣੇ, ਕਵੈਦ ਵਿਦਿਆ ਦਾ ਅਭਿਆਸ ਕਰਦੇ ਕਰਵਾਉਂਦੇ ਰਹਿਣਾ, ਪੱਟੇਬਾਜ਼ੀ ਦੀ ਵਿਦਿਆ ਕਰਦੇ ਕਰਵਾਉਂਦੇ ਰਹਿਣਾ। ਇਸ ਤਰ੍ਹਾਂ ਦਾ ਠਾਠ ਬਾਠ ਜਿਵੇਂ ਕੋਈ ਬਹੁਤ ਵੱਡਾ ਰਾਜਾ ਹੋਵੇ, ਸਮਰਾਟ ਹੋਵੇ। ਸ਼ਸਤਰ ਪ੍ਰਹਾਰਨ ਬਾਤਨ ਕਰਤੇ। ਤੇ ਸ਼ਸਤਰਾਂ ਦੇ ਪ੍ਰਹਾਰ ਕਰਨ ਦੀਆਂ ਗੱਲਾਂ ਸੂਰਮੇ ਪਰਸਪਰ ਕਰਦੇ ਆਪਸ ਵਿੱਚ। ਚਲਤ ਸਮੁਖ ਪੁਰ ਆਨੰਦ ਨਿਹਰਤੇ। ਤੇ ਸਨਮੁਖ ਸ੍ਰੀ ਅਨੰਦਪੁਰ ਸਾਹਿਬ ਨਗਰੀ ਵੱਲ ਨੂੰ ਵਾਪਸ ਚਲੇ ਆਉਂਦੇ ਆ। ਸ਼ਿਕਰੇ ਬਾਜ਼ ਸੁਆਨ ਸਮੁਦਾਏ। ਇਹ ਜਿਹੜੇ ਸ਼ਿਕਾਰੀ ਪੰਛੀ ਹਨ ਤੇ ਬਾਜ ਦੀਆਂ ਹੀ ਵੱਖ-ਵੱਖ ਕਿਸਮਾਂ, ਬਾਜ ਵੀ ਤੇ ਸ਼ਿਕਰੇ ਇਹ ਵੀ ਬਾਜ ਦੀ ਇੱਕ ਕਿਸਮ ਹੈ। ਤੇ ਫਿਰ ਸਵਾਨ ਸਮੁਦਾਏ, ਜਿਹੜੇ ਸਵਾਨ ਸ਼ਿਕਾਰੀ ਕੂਕਰ ਹਨ, ਕੁੱਤੇ ਹੈ, ਇਹ ਵੀ ਸਮੂਹ। ਮੀਰ ਸ਼ਿਕਾਰ ਧਾਏ ਅਗਵਾਏ। ਤੇ ਮੀਰ ਸ਼ਿਕਾਰ ਜਿਹੜੇ ਆ ਉਹ ਇਹਨਾਂ ਸ਼ਿਕਾਰੀ ਪਕਸ਼ੀਆਂ ਤੇ ਸ਼ਿਕਾਰੀ ਜਾਨਵਰਾਂ ਨੂੰ ਨਾਲ ਲੈ ਕੇ ਤੇ ਅੱਗੇ ਅੱਗੇ ਦੌੜੇ ਜਾਂਦੇ ਆ। ਉੱਡਤ ਧੂਰ ਛਾਦਿਓ ਅਸਮਾਨ। ਧੂੜ ਮਿੱਟੀ ਮਾਰਗ ਦੇ ਵਿੱਚ ਫੌਜਾਂ ਆਉਣੇ ਕਾਰਨ ਉੱਡ ਰਹੀ ਹੈ, ਤੇ ਉੱਡਦੀ ਹੋਈ ਧੂੜ ਆਸਮਾਨ ਦੇ ਵਿੱਚ ਛਾ ਗਈ ਹੈ। ਆਨ ਪਹੁੰਚੇ ਕਿਰਪਾ ਨਿਧਾਨ। ਕਿਰਪਾ ਦੇ ਨਿਧਾਨ, ਕਿਰਪਾ ਦੇ ਖਜ਼ਾਨੇ, ਧੰਨ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਨਗਰੀ ਆ ਪਹੁੰਚੇ ਹੈ। ਸੁਣ ਧੁੰਦਬ ਧੁਨ ਨਰ ਗਨ ਨਾਰੀ। ਸਮੂਹ ਮਨੁੱਖ ਤੇ ਸਮੂਹ ਇਸਤਰੀਆਂ ਧੁੰਦਬ ਦੀ ਧਵਨੀ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਹਿਤ ਦੇਖਨ ਕੇ ਨਿਕਸ ਅਗਾਰੀ। ਵੇਖਣ ਵਾਸਤੇ ਸਤਿਗੁਰਾਂ ਦਾ ਜੋ ਜਲਾਲ ਤੇ ਅੱਗੋਂ ਘਰਾਂ ਵਿੱਚੋਂ ਨਿਕਲ ਖਲੋਤੇ ਐ। ਬੀਚ ਦਰਿਚੀ ਕੋਟ ਦੁਆਰੇ। ਕੋਈ ਆਪਣੇ ਘਰ ਦੇ ਦਰਵਾਜ਼ਿਆਂ ਰਾਹੀਂ ਬਾਹਰ ਨਿਕਲੇ ਐ ਵੇਖਣ ਵਾਸਤੇ, ਕੋਈ ਦਰਵਾਜ਼ਿਆਂ ਵਿੱਚ ਖਲੋਤੇ ਹੋਏ ਹਨ, ਤੇ ਕੋਈ ਨਵ ਵਿਆਹਤ ਇਸਤਰੀਆਂ ਜਿਹੜੀਆਂ ਉਹ ਘਰ ਦੀਆਂ ਜਿਹੜੀਆਂ ਦਰੀਚੀਆਂ ਹਨ, ਮਕਾਨਾਂ ਦੀਆਂ ਬਾਰੀਆਂ ਹਨ, ਉਹ ਬਾਰੀਆਂ ਨਾਲ ਲੱਗ ਕੇ ਹੀ ਗੁਰਾਂ ਦਾ ਜੋ ਜਲਾਲ ਵੇਖ ਰਹੀਆਂ। ਉਦਤ ਮੁਦਤ ਜਨ ਬਦਤ ਨਿਹਾਰੇ। ਇਹ ਨਿਤਾ ਪ੍ਰਤੀ ਜਿਹੜਾ ਇਹ ਪ੍ਰਤਾਪ ਹੈ, ਇਹ ਸਤਿਗੁਰਾਂ ਦਾ ਵੱਧ ਰਿਹਾ ਹੈ। ਨਿਤਾ ਪ੍ਰਤੀ ਉਦਤ ਮੁਦਤ ਪ੍ਰਸੰਨਤਾ ਜਿਹੜੀ ਉਹ ਬੜੀ ਵੱਧ ਰਹੀ ਹੈ, ਜਿਸ ਨੂੰ ਸਮੂਹ ਨਗਰ ਵਾਸੀ ਵੇਖ ਰਹੇ, ਤੱਕ ਰਹੇ ਹੈ। ਸੰਧਿਆ ਸਮੇਂ ਪ੍ਰਵੇਸ਼ੇ ਆਏ। ਇਉਂ ਸੰਧਿਆ ਦੇ ਕਾਲ, ਸ਼ਾਮਾਂ ਦੇ ਵੇਲੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਿੱਚ ਆ ਪ੍ਰਵੇਸ਼ ਹੋਏ। ਉਤਰੇ ਸਤਿਗੁਰ ਹਰਖ ਉਪਾਏ। ਤੇ ਬੜੀ ਖੁਸ਼ੀ ਪ੍ਰਸੰਨਤਾ ਦੇ ਨਾਲ ਸਤਿਗੁਰਾਂ ਸ੍ਰੀ ਅਨੰਦਪੁਰ ਸਾਹਿਬ ਨਗਰੀ ਪਹੁੰਚ ਕੇ ਤੇ ਘੋੜੇ ਤੋਂ ਉਤਰਨਾ ਕੀਤਾ, ਉਤਾਰਾ ਕੀਤਾ ਸਾਰੀ ਫੌਜ ਨੇ। ਖਾਨ ਪਾਨ ਕਰ ਸੁਖ ਸੋ ਸੋਏ।
ਭੋਜਨ ਪ੍ਰਸ਼ਾਦਾ ਛਕਣ ਉਪਰੰਤ ਸੁਖ ਪੂਰਵਕ ਰਾਤ ਵਿਸ਼ਰਾਮ ਕੀਤਾ। ਨਿਜ ਨਿਜ ਸਦਨ ਥਿਰੇ ਸਭ ਕੋਏ। ਸਾਰੇ ਹੀ ਆਪੋ ਆਪਣੇ ਸਦਨ ਘਰਾਂ ਦੇ ਵਿੱਚ ਟਿਕ ਗਏ ਐ। ਸਤਿਗੁਰਾਂ ਦੀਆਂ ਫੌਜਾਂ ਜਿਹੜੀਆਂ ਹਨ ਉਹ ਆਪੋ ਆਪਣੇ ਆਸਨਾਂ ਤੇ ਜਾ ਵਿਰਾਜੀਆਂ। ਜਾਮ ਜਾਮਨੀ ਜਬ ਹੋਂ ਨਿਹਾਰੇ। ਤੇ ਜਦੋਂ ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲਾ ਹੋਇਆ ਵੇਖਿਆ। ਨੌਬਤ ਬਜਨ ਲੱਗੀ ਗੁਰਦੁਆਰੇ। ਸਤਿਗੁਰਾਂ ਦੇ ਦੁਆਰੇ ਦੇ ਸਾਹਮਣੇ ਜੋ ਛੋਟੀਆਂ ਨੌਬਤਾਂ ਰੱਖੀਆਂ ਹੋਈਆਂ ਸਨ, ਉਹ ਨੌਬਤਾਂ ਵੱਜਣ ਲੱਗੀਆਂ, ਛੋਟੇ ਨਗਾਰੇ। ਸੁਨਤ ਰਬਾਬੀ ਚਾਲ ਕਰ ਆਏ। ਜਿਨ੍ਹਾਂ ਦੀ ਧੁਆਨੀ ਨੂੰ ਸੁਣ ਕੇ ਰਬਾਬੀ ਸਿੱਖ ਜਿਹੜੇ ਆ, ਕੀਰਤਨੀਏ ਸਿੱਖ, ਉਹ ਵੀ ਉੱਠ ਕੇ ਤੇ ਕਿਰਿਆ ਸੋਧ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਆਏ। ਆਸਾ ਵਾਰ ਰਾਗ ਜੁਤ ਗਾਏ। ਰਾਗ ਤੇ ਤਾਲ ਨੂੰ ਮਿਲਾ ਕੇ ਤੇ ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ ਗਾਇਨ ਕਰਨ ਲੱਗੇ। ਸਿੱਖ ਸੰਗਤ ਜਹ ਕਹਿ ਗਨ ਜਾਗੇ। ਜਿੱਥੇ ਕਿਥੇ ਸਿੱਖ ਸੰਗਤਾਂ ਵੀ ਅੰਮ੍ਰਿਤ ਵੇਲਾ ਹੋਇਆ ਜਾਣ ਉੱਠ ਖਲੋਤੀਆਂ ਹਨ। ਗੁਰਬਾਣੀ ਕੋ ਪੜਬੇ ਲਾਗੇ। ਤੇ ਗੁਰਬਾਣੀ ਦਾ ਜਾਪ ਸਿੱਖ ਸੰਗਤਾਂ ਕਰਨ ਲੱਗ ਪਈਆਂ, ਪਾਵਨ ਗੁਰਬਾਣੀ ਦਾ ਪਾਠ ਕਰਨ ਲੱਗ ਪਈਆਂ। ਏਤ ਕਿਤ ਭਜਨ ਹੋਤ ਜੈਕਾਰ। ਜਿੱਥੇ ਕਿਥੇ ਗੁਰਸਿੱਖ ਗੁਰਬਾਣੀ ਦਾ ਜਾਪ ਕਰਦੇ ਆ, ਭਜਨ ਸਿਮਰਨ ਬੰਦਗੀ ਕਰ ਰਹੇ ਆ। ਮਨਹੁ ਬਿਸ਼ਨ ਗਨ ਸੁਰਨ ਮਝਾਰ। ਮਨ ਕੇ ਸਮੂਹ ਦੇਵਤਿਆਂ ਦੇ ਵਿੱਚ ਜਿਸ ਤਰ੍ਹਾਂ ਵਿਸ਼ਨੂੰ ਜੀ ਸੁਸ਼ੋਭਿਤ ਹੁੰਦੇ ਆ, ਤੇ ਜੈਸੇ ਵਿਸ਼ਨੂੰ ਜੀ ਦੇ ਇਰਦ ਗਿਰਦ ਸਮੂਹ ਦੇਵਗਣ ਬੈਠੇ ਸ਼ੋਭਦੇ ਆ, ਇਉਂ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ ਵਿਸ਼ਨੂੰ ਦੀ ਨਿਆਈ ਅੰਮ੍ਰਿਤ ਵੇਲੇ ਉੱਠ ਆਪਣੇ ਸਰੂਪ ਵਿੱਚ ਧਿਆਨ ਜੋੜ ਬੈਠੇ ਹਨ। ਤੇ ਸਮੂਹ ਨਗਰੀ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਬੈਠਾ, ਕੋਈ ਦੀਵਾਨ ਵਿੱਚ ਆ ਕੇ ਹਾਜ਼ਰੀ ਭਰ ਰਹੇ ਹੈ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਕੋਈ ਆਪਣੇ ਆਸਨਾਂ ਤੇ ਬੈਠੇ ਸਿਮਰਨ ਨਿਤਨੇਮ ਕਰ ਰਹੇ ਹੈ। ਕੋਈ ਅੰਮ੍ਰਿਤ ਵੇਲੇ ਘੋੜਿਆਂ ਨੂੰ ਖਰਕਣਾ ਕਰਦਿਆਂ ਹੋਇਆਂ ਨਿਤਨੇਮ ਕਰ ਰਹੇ ਹੈ, ਗੁਰੂ ਦੀਆਂ ਸੇਵਾਵਾਂ ਕਰਦਿਆਂ ਨਾਲ ਜਾਪ ਕਰ ਰਹੇ ਹੈ। ਸੋ ਇਸ ਤਰ੍ਹਾਂ ਸਾਰੀ ਨਗਰੀ ਵਿੱਚ ਹੀ ਭਜਨ ਬੰਦਗੀ ਸਿਮਰਨ ਹੋ ਰਿਹਾ ਹੈ। ਸੌਚ ਇਸ਼ਨਾਨ ਠਾਨ ਗੋਸਾਈ। ਪ੍ਰਿਥਵੀ ਦੇ ਮਾਲਕ ਸਤਿਗੁਰਾਂ ਨੇ ਵੀ ਅੰਮ੍ਰਿਤ ਵੇਲੇ ਸ਼ੌਚ ਕਿਰਿਆ ਕਰ ਇਸ਼ਨਾਨ ਪਾਣ ਕੀਤਾ। ਆਸਨ ਥਿਰੇ ਸਮਾਧ ਲਗਾਈ। ਸਤਿਗੁਰੂ ਪਾਤਸ਼ਾਹ ਜੀ ਆਪਣੇ ਆਸਨ ਤੇ ਸਜ ਗਏ ਹੈ ਤੇ ਨਿੱਜੀ ਸਰੂਪ ਵਿੱਚ ਧਿਆਨ ਜੋੜਿਆ। ਸਤਿਗੁਰੂ ਜੀ ਸਮਾਧੀ ਸਥਿਤ ਹੋਏ ਹੈ। ਅਰਣ ਉਦੈ ਲੱਖ ਕਰ ਭੁਨ ਸਾਰੇ। ਜਦੋਂ ਸੂਰਜ ਉਦੇ ਹੋਣ ਵਾਲਾ, ਪੂਰਬ ਦੀ ਦਿਸ਼ਾ ਦੇ ਵਿੱਚ ਸੂਰਜ ਦੀ ਲਾਲੀ ਛਾ ਗਈ ਹੈ, ਪਨਸਾਰ ਹੋਈ ਜਾਣੀ ਹੈ, ਸਵੇਰ ਹੋਈ ਲਖੀ ਹੈ। ਭਾਟ ਪੌਰ ਕੇ ਥਿਰੇ ਅਗਾਰੇ। ਇਹ ਜਿਹੜੇ ਭੱਟ ਹਨ ਉਹ ਸਤਿਗੁਰਾਂ ਦੇ ਘਰ ਦੇ ਪੌਰ ਦਰਵਾਜ਼ੇ ਮੋਹਰੇ ਆ ਕੇ ਖਲੋ ਗਏ। ਗੁਰ ਕੋ ਸੁਜਾਸਾ ਕਬੇਤਾ ਬਣਾਏ। ਜਿਨ੍ਹਾਂ ਨੇ ਗੁਰੂ ਦੇ ਜਸ ਦੇ ਕਬਿੱਤ ਬਣਾਏ ਹੋਏ ਹੈ ਤੇ ਕਬਿੱਤਾਂ ਵਿੱਚ ਪਾ ਕੇ ਗੁਰੂ ਦਾ ਜਸ ਗਾਉਂਦੇ ਹੈ। ਉੱਚੇ ਅਦਕ ਉਚਾਰ ਸੁਣਾਏ। ਉੱਚੀ ਆਵਾਜ਼ ਦੇ ਵਿੱਚ ਉਚਾਰ ਕੇ ਸੁਣਾਉਂਦੇ ਹੈ, ਗੁਰੂ ਉਪਮਾ ਕਰਦੇ ਹੈ। ਕਰੋ ਨਕੀਬ ਪੁਕਾਰ ਆਵਾਜੇ। ਨਕੀਬ ਚੋਬਦਾਰ ਖਲੋਤੇ ਜਿਹੜੇ ਹੈ
ਉਹ ਵੀ ਇਸ ਤਰ੍ਹਾਂ ਆਵਾਜ਼ਾਂ ਦੇ ਕੇ ਪੁਕਾਰਦੇ ਐ। ਮਹਾਰਾਜ ਰਾਜਨ ਪਤ ਰਾਜੇ। ਜੋ ਮਹਾਰਾਜ ਧੰਨ ਕਲਗੀਧਰ ਪਾਤਸ਼ਾਹ ਵੱਡੇ ਵੱਡੇ ਰਾਜਿਆਂ ਸਮਰਾਟਾਂ ਦੇ ਵੀ ਰਾਜੇ ਹਨ, ਵੱਡੇ ਵੱਡੇ ਚੱਕਰਵਰਤੀ ਸਮਰਾਟਾਂ ਦੇ ਵੀ ਸਮਰਾਟ ਹਨ। ਤੇ ਧੰਨ ਕਲਗੀਧਰ ਪਾਤਸ਼ਾਹ ਜੋ ਮਹਾਰਾਜੇ, ਮਹਾਨਾਮ ਵੱਡੇ ਰਾਜੇ ਹੈ। ਪੂਰਨ ਗੁਰ ਸਾਹਿਬ ਅਵਤਾਰੀ। ਜੋ ਪੂਰਨ ਗੁਰ ਅਵਤਾਰ ਹਨ ਤੇ ਸਹਿਬ ਮਾਲਕ ਪਰਮੇਸ਼ਰ ਦਾ ਹੀ ਸਰੂਪ ਹਨ। ਜਿਨ ਕੋ ਨਿਵਹਿ ਤ੍ਰਿਲੋਕੀ ਸਾਰੀ। ਜਿਨ੍ਹਾਂ ਨੂੰ ਸਾਰੀ ਤ੍ਰਿਲੋਕੀ ਨਿਭਦੀ ਹੈ, ਝੁਕਦੀ ਹੈ, ਨਤਮਸਤਕ ਹੁੰਦੀ ਹੈ। ਕਰਿਆਵਲ ਬਾਜਤ ਠਨਕਾਰਾ। ਸੋ ਐਸੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਜੋ ਸੋਢੀ ਕੁਲ ਅਵਤੰਸ਼ ਹਨ, ਜੋ ਸਤਿਗੁਰੂ ਜੀ ਨੀਲੇ ਦੇ ਸ਼ਾਹ ਸਵਾਰ ਬਾਜਾਂ ਵਾਲੇ ਕਲਗੀਆਂ ਵਾਲੇ ਪਾਤਸ਼ਾਹ ਹਨ, ਉਹਨਾਂ ਦਾ ਹੁਣ ਸਵਾਰਾ ਦੀਵਾਨ ਵੱਲ ਨੂੰ ਜਾ ਰਿਹਾ। ਚੋਬਦਾਰ ਜਿਹੜੇ ਨਕੀਬ ਹੈ ਨਾ, ਉਹ ਇਸ ਤਰ੍ਹਾਂ ਸੰਗਤ ਨੂੰ ਸੂਚਿਤ ਕਰਦੇ ਹੋਏ ਤੇ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਇਉਂ ਅੱਗੋਂ ਅੱਗੋਂ ਨਾਲ ਦੀਵਾਨ ਵੱਲ ਨੂੰ ਜਾਣ ਵਾਸਤੇ ਨਕੀਬ ਚੋਬਦਾਰ ਤਿਆਰ ਹਨ। ਤੇ ਸਤਿਗੁਰੂ ਪਾਤਸ਼ਾਹ ਜਦੋਂ ਮਹਿਲਾਂ ਵਿੱਚੋਂ ਨਿਕਲਣ ਲੱਗਦੇ ਆ ਤੇ ਕਰਿਆਵਲ ਬਾਜਤ ਠਨਕਾਰ, ਕੜਿਆਲ ਵੱਜਦਾ ਹੈ ਜਿਸ ਦੀ ਠਨਕਾਰ ਸਮੂਹ ਨਗਰੀ ਵਿੱਚ ਗੂੰਜਦੀ ਹੈ। ਗਰਜ ਉਠਿਓ ਰਣਜੀਤ ਨਗਾਰਾ। ਤਾਂ ਫਿਰ ਗੁਰੂ ਹੁਕਮ ਪਾ ਕੇ ਤੇ ਨਗਾਰਚੀ ਸਿੱਖ ਨੇ ਰਣਜੀਤ ਨਗਾਰੇ ਤੇ ਚੋਬਾਂ ਲਾਈਆਂ। ਏਮ ਬਹੁਥਾਨ ਕੁਲਾਹਲ ਹੋਵਾ। ਇਸ ਤਰ੍ਹਾਂ ਬਹੁਤ ਸਥਾਨਾਂ ਤੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਿੱਚ ਬੜਾ ਖੁਸ਼ੀ ਦਾ ਸ਼ੋਰ ਹੋ ਰਿਹਾ ਹੈ। ਸੂਰਜ ਉਦੈ ਭਇਓ ਸਭ ਜੋਵਾ। ਸੋ ਸਾਰਿਆਂ ਨੇ ਜੋਵਾ ਵੇਖਿਆ ਕਿ ਸੂਰਜ ਉਦੇ ਹੋ ਗਿਆ ਹੈ। ਸਤਿਗੁਰ ਬਸਤਰ ਸ਼ਸਤਰ ਤਨ ਸਾਰੇ। ਸਤਿਗੁਰਾਂ ਨੇ ਸਮਾਧੀ ਉਥਾਨ ਹੋ ਕੇ ਤਨ ਦੇ ਉੱਪਰ ਸੋਹਣੇ ਬਸਤਰ ਤੇ ਸੋਹਣੇ ਸ਼ਸਤਰ ਜਿਹੜੇ ਉਹ ਧਾਰਨ ਕੀਤੇ। ਸਾਵਧਾਨ ਬਨ ਨਿਕਸੇ ਦੁਆਰੇ। ਤੇ ਸਾਵਧਾਨ ਹੋ ਕੇ ਕਲਗੀਆਂ ਵਾਲੇ ਪਾਤਸ਼ਾਹ ਜੋ ਮਹਿਲਾਂ ਦਾ ਪੌਰ ਦਰਵਾਜ਼ਾ ਆਉਂਦੀ ਬਾਹਰ ਨਿਕਲੇ। ਸਭਾ ਸਦਨ ਮਹਿ ਪਹੁੰਚੇ ਜਾਏ। ਜਿੱਥੇ ਸਭਾ ਸਦਨ ਹੈ ਭਾਵ ਗੁਰਾਂ ਦਾ ਦਰਬਾਰ ਹੈ, ਸ੍ਰੀ ਦਮਦਮਾ ਸਾਹਿਬ ਜਿੱਥੇ ਤਖਤ ਲਾ ਕੇ ਸਤਿਗੁਰੂ ਜੀ ਸਜਦੇ ਹਨ, ਉਥੇ ਜਾ ਪਹੁੰਚੇ ਹੈ। ਝੂਲਤ ਕਲਗੀ ਆਨੰਦ ਵਧਾਏ। ਸਤਿਗੁਰਾਂ ਦੇ ਸੀਸ ਤੇ ਕਲਗੀ ਝੂਲ ਰਹੀ ਹੈ। ਜੋ ਵੀ ਦਰਸ਼ਨ ਕਰਦਾ ਉਹਦੇ ਹਿਰਦੇ ਨੂੰ ਆਨੰਦਿਤ ਕਰਦੀ ਹੈ ਅਥਵਾ ਆਨੰਦ ਵਧਾਉਂਦੀ ਹੈ। ਫਰਸ਼ ਮਖਮਲੀ ਪਰ ਸਿੰਘਾਸਨ। ਤੇ ਮਖਮਲੀ ਗਲੀਚਿਆਂ ਦੇ ਫਰਸ਼ ਵਿਛੇ ਹੋਏ ਹਨ ਸੰਗਤ ਦੇ ਬੈਠਣ ਵਾਸਤੇ। ਜਿੱਥੇ ਉੱਚਾ ਦਮਦਮਾ ਸਥਾਨ ਉੱਥੇ ਗੁਰਾਂ ਦਾ ਤਖਤ ਲੱਗਾ ਹੋਇਆ, ਸੋਹਣਾ ਪਲੰਘਾ ਸਜਿਆ ਹੋਇਆ, ਜਿਹਦੇ ਤਿੰਨ ਪਾਸੇ ਵੱਡੇ ਉਪਧਾਨ ਸਿਰਹਾਣੇ ਰੱਖੇ ਹੋਏ ਹਨ। ਤੇ ਸਿੰਘਾਸਨ ਦੇ ਨਿਕਟ ਚਬਰਦਾਰ ਸਿੱਖ ਵੀ ਖਲੋਤੇ ਹੋਏ ਹਨ। ਤੇ ਪੱਖਾ ਲੈ ਕੇ ਦੋ ਪਾਸਿਆਂ ਤੇ ਪਵਨ ਝੱਲਣ ਵਾਲੇ ਵੀ ਖਲੋਤੇ ਹੋਏ ਹਨ। ਚੋਬਦਾਰ ਜਿਹੜੇ ਉਹ ਗੁਰਾਂ ਨੂੰ ਘਰੋਂ ਮਹਿਲਾਂ ਚੋਂ ਲੈ ਕੇ ਤੇ ਨਾਲ ਨਾਲ ਆਏ ਆ, ਉਹ ਵੀ ਸਿੰਘਾਸਨ ਦੇ ਅੱਗੋਂ ਹੁਣ ਚੋਬਦਾਰ ਖਲੋ ਗਏ। ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ ਤਦੋਂ ਸਿੰਘਾਸਨ ਵੱਲ ਨੂੰ ਗਏ। ਬੈਠੇ ਗੁਰੂ ਸ਼ੁਭਤਾ ਸ਼ੁਭ ਆਸਨ। ਗੁਰਤਾ ਦੇ ਆਸਨ ਦੇ ਉੱਪਰ ਬੈਠੇ ਹੋਏ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਬਹੁਤ ਸ਼ੋਭਦੇ ਹੈ।
ਪਾਂਚਾਹੋਂ ਭਰਾਤਾ ਵੀਰ ਬਿਲੰਦ। ਇਤਨੇ ਨੂੰ ਪੰਜੇ ਭਰਾ ਜੋ ਬੜੇ ਵੱਡੇ ਵੀਰ ਸੂਰਮੇ ਹਨ, ਬੜੇ ਵੱਡੇ ਬਹਾਦਰ ਹਨ। ਬ੍ਰਿੰਦ ਮਸੰਦ ਬੰਦ ਕਰ ਬੰਦ। ਅਤੇ ਸਮੂਹ ਮਸੰਦ ਗਣ ਇਹ ਸਾਰੇ ਹੀ ਦੀਵਾਨ ਵਿੱਚ ਆ ਪਹੁੰਚੇ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਤੇ ਬੰਦਨਾ ਕਰਦੇ, ਨਮਸਕਾਰਾਂ ਕਰਦੇ। ਮਾਤੁਲ ਪੁਨ ਕਿਰਪਾਲ ਕਰ ਬੰਦਨ। ਮਾਮਾ ਕਿਰਪਾਲ ਚੰਦ ਜੀ ਵੀ ਆ ਪਹੁੰਚਿਆ, ਉਹਨਾਂ ਨੇ ਵੀ ਗੁਰੂ ਚਰਨਾਂ ਤੇ ਨਮਸਕਾਰ ਕੀਤੇ। ਸੂਰਜ ਮਲ ਕੇ ਨੰਦਨ ਨੰਦਨ। ਬਾਬਾ ਸੂਰਜਮਲ ਜੀ ਦੇ ਪੁੱਤਰ ਭਾਵ ਪੋਤਰੇ। ਤਿਆਦਕ ਸਭ ਸਭਾ ਪ੍ਰਵਾਰਤ। ਗੁਲਾਬ ਰਾਏ ਸਿਆਮ ਦਾ ਸਾਧ ਕਰਕੇ ਇਹ ਵੀ ਗੁਰਾਂ ਦੀ ਹਜ਼ੂਰੀ ਵਿੱਚ ਆ ਪਹੁੰਚੇ। ਇਤਿਆਦ ਗੁਰਸਿੱਖ ਸੰਗਤਾਂ ਦੇ ਨਾਲ ਸਾਰੀ ਸਭਾ ਜਿਹੜੀ ਹੈ ਉਹ ਪਰਿਵਾਰਤ ਹੈ। ਸਤਿਗੁਰਾਂ ਦੇ ਚਾਰ ਚੁਫੇਰੇ ਜਿਹੜੀਆਂ ਸਿੱਖ ਸੰਗਤਾਂ ਉਹਨਾਂ ਨੇ ਘੇਰਾ ਪਾਇਆ, ਭਾਵ ਵੱਡੀ ਗਿਣਤੀ ਵਿੱਚ ਸੰਗਤਾਂ ਦੀਵਾਨ ਵਿੱਚ ਹਾਜ਼ਰੀ ਭਰ ਰਹੀਆਂ। ਮਨਹੁ ਚੰਦ ਉਡਗਨ ਦੁੱਤ ਧਾਰਤ। ਇਹ ਸ਼ੋਭਾ ਕਲਗੀਆਂ ਵਾਲੇ ਸਤਿਗੁਰਾਂ ਦੀ ਐਸੀ ਹੈ, ਕਵੀ ਜੀ ਉਦਾਹਰਣ ਦਿੰਦੇ ਕਹਿੰਦੇ ਜਿਵੇਂ ਚੰਦਰਮਾ ਸਮੂਹ ਤਾਰਿਆਂ ਦੇ ਝੁੰਡ ਵਿੱਚ ਸ਼ੋਭਦਾ ਹੈ ਨਾ, ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਸਿੱਖ ਸੰਗਤਾਂ ਰੂਪੀ ਤਾਰਿਆਂ ਵਿੱਚ ਪੂਰਨਮਾਸ਼ੀ ਦੇ ਚੰਦਰਮਾ ਵਤ ਸ਼ੋਭਦੇ ਹੈ। ਚਮਕਤ ਚਾਮਰ ਚਾਰ ਟੁਰੰਤ। ਬੜੇ ਚਾਰ ਸੁੰਦਰ ਸੁਨਹਿਰੀ ਮੁੱਠੇ ਵਾਲੇ ਤੇ ਚਿੱਟੇ ਦੁੱਧ ਵਰਗੇ ਕੇਸਾਂ ਵਾਲੇ ਜਿਹੜੇ ਚਵਰ ਹੈ ਉਹ ਗੁਰਾਂ ਦੇ ਸੀਸ ਤੇ ਝੁੱਲ ਰਹੇ ਹੈ। ਜਨ ਰਵ ਕਿਰਨ ਨਿਕਰ ਨੀਰੰਤ। ਮਾਨੋ ਕਿ ਰਵ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਹੀ ਨਿਕਲ ਕੇ ਤੇ ਨੇੜੇ ਢੁਕਣਾ ਚਾਹੁੰਦੀਆਂ ਹਨ। ਸੁਨਹਿਰੀ ਮੁੱਠੇ ਜਿਹੜੇ ਹੈ ਉਹਨਾਂ ਦੇ ਵਿੱਚੋਂ ਜਿਹੜੇ ਕੇਸ ਅੱਗੋਂ ਪਤਲੇ ਪਤਲੇ ਗਾਂ ਨੂੰ ਜਾਂਦੇ, ਮਾਨੋ ਇਹ ਸੂਰਜ ਦੀਆਂ ਕਿਰਨਾਂ ਹੀ ਨਿਕਲ ਕੇ ਸੂਰਜ ਚੋਂ ਤੇ ਨੇੜੇ ਢੁਕਣਾ ਚਾਹੁੰਦੀਆਂ। ਕੰਚਨ ਰਜਤ ਸ਼ਰੀ ਕਰ ਧਰੇ। ਸੋਨੇ ਦੀਆਂ ਅਤੇ ਰਜਤ ਚਾਂਦੀ ਦੀਆਂ ਚੋਬਾਂ ਚੋਬਦਾਰ ਗੁਰਸਿੱਖਾਂ ਨੇ ਪਕੜੀਆਂ ਹੋਈਆਂ। ਏਕ ਦੇਸ਼ ਗੁਰ ਢੇਗਾ ਦੇਖਹਿ ਖਰੇ। ਤੇ ਖਲੋ ਕੇ ਸਾਰੇ ਇੱਕ ਟੱਕ ਗੁਰਾਂ ਵੱਲ ਵੇਖ ਰਹੇ ਹੈ, ਗੁਰਾਂ ਦੇ ਪਾਵਨ ਦੀਦਾਰ ਕਰ ਰਹੇ ਹੈ। ਦਰਸ਼ਨ ਕਾਂਖੀ ਦਿਨ ਪ੍ਰਤ ਆਵਹਿ। ਸਤਿਗੁਰਾਂ ਦੇ ਦਰਸ਼ਨਾਂ ਦੇ ਅਭਿਲਾਖੀ ਵੱਖ-ਵੱਖ ਇਲਾਕਿਆਂ ਤੋਂ ਗੁਰਸਿੱਖ ਆਪਣੇ ਨਾਲ ਇਲਾਕੇ ਦੀਆਂ ਸੰਗਤਾਂ ਸੰਯੁਗਤ ਆਉਂਦੇ। ਲੱਗਹਿ ਸਭਾ ਤਬ ਦੇਖਣ ਪਾਵਹਿ। ਤੇ ਜਦੋਂ ਗੁਰਾਂ ਦਾ ਦੀਵਾਨ ਸਜਦਾ ਆ ਕੇ ਸੰਗਤਾਂ ਦਰਸ਼ਨ ਕਰਦੀਆਂ। ਜਿਹੜੀ ਖਾਸ ਸਭਾ ਹੈ, ਖਾਸ ਦੀਵਾਨ ਹੈ, ਉਹ ਸਤਿਗੁਰੂ ਪਾਤਸ਼ਾਹ ਜੀ ਰੋਜ਼ ਲਾਉਂਦੇ ਆ। ਰੋਜ਼ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ, ਰੋਜ਼ ਦਰਬਾਰ ਸਜਦਾ, ਰੋਜ਼ ਗੁਰਾਂ ਦੇ ਸੰਗੀ ਗੁਰਸਿੱਖ ਜਿਹੜੇ ਹੈ ਇਹ ਭਤੀਜੇ ਗੁਰੂ ਦੇ ਭਾਣਜੇ ਆਦਿ ਕਰਕੇ ਇਹ ਵੀ ਸਾਰੇ ਜਿਹੜੇ ਹੈ ਇਹ ਗੁਰਾਂ ਦੀ ਖਾਸ ਸਭਾ ਵਿੱਚ ਹਾਜ਼ਰੀ ਭਰਦੇ। ਜਿਹੜੀ ਆਮ ਸਭਾ ਲੱਗਦੀ ਹੈ, ਆਮ ਦੀਵਾਨ ਲੱਗਦਾ ਹੈ, ਉਹ ਗੁਰੂਦੇਵ ਪਾਤਸ਼ਾਹ ਸਤਿਗੁਰੂ ਜੀ ਰੋਜ਼ ਨਹੀਂ ਲਾਉਂਦੇ। ਕਦੇ 2 ਕਦੇ 4 ਦਿਨਾਂ ਮਗਰੋਂ ਲਾਉਂਦੇ। ਸੰਗਤਾਂ ਆਉਂਦੀਆਂ ਤੇ ਆ ਕੇ ਤੰਬੂ ਲਾ ਕੇ ਤੇ ਨਗਰੀ ਦੇ ਵਿੱਚ ਰੁਕਦੀਆਂ, ਠਹਿਰਦੀਆਂ। ਤੇ ਜਦੋਂ ਸਤਿਗੁਰਾਂ ਦੀ ਇੱਛਾ ਹੁੰਦੀ ਅਤੇ ਸੰਗਤਾਂ ਦਾ ਵੀ ਵੱਡਾ ਇਕੱਠ ਹੋਇਆ ਲੱਖ ਦੇ, ਫਿਰ ਖੁੱਲ੍ਹਾ ਜਿਹੜਾ ਆਮ ਦਰਬਾਰ ਹੈ ਉਹ ਲਾ ਕੇ ਸਤਿਗੁਰੂ ਜੀ ਸਜਦੇ ਹੈ। ਦਮਦਮਾ ਸਾਹਿਬ
ਤੇ ਫਿਰ ਸਾਰੀਆਂ ਸੰਗਤਾਂ ਉੱਥੇ ਪਹੁੰਚਦੀਆਂ ਹਨ, ਦੀਦਾਰ ਕਰਕੇ ਕ੍ਰਿਤ ਕ੍ਰਿਤ ਹੁੰਦੀਆਂ। ਗੁਰ ਦਰਬਾਰ ਭਇਓ ਜਬ ਭਾਰੀ। ਇਉਂ ਜਦ ਕਲਗੀਆਂ ਵਾਲੇ ਪਾਤਸ਼ਾਹ ਦਾ ਦਰਬਾਰ ਭਾਰੀ ਵੱਡੀ ਗਿਣਤੀ ਵਿੱਚ ਸੰਗਤਾਂ ਨਾਲ ਭਰਿਆ ਹੈ। ਅਨਕ ਅਕੋਰਹਿ ਅਰਪਨ ਅਗਾਰੀ। ਅਨੇਕ ਤਰ੍ਹਾਂ ਦੀਆਂ ਅਕੋਰ ਭੇਟਾਵਾਂ ਜਿਹੜੀਆਂ ਉਹ ਸੰਗਤਾਂ ਸਤਿਗੁਰਾਂ ਦੇ ਅੱਗੋਂ ਲਿਆ ਕੇ ਅਰਪਦੀਆਂ। ਢੇੜ ਜਾਮ ਜਬ ਬੈਠ ਬਿਤਾਇਓ। ਸਤਿਗੁਰਾਂ ਨੂੰ ਡੇਢ ਕੁ ਜਾਮ, ਡੇਢ ਕੁ ਪਹਿਰ ਬੈਠਿਆਂ ਬਤੀਤ ਹੋਇਆ। ਦੁਆਰਪਾਲ ਤਬ ਅੰਤਰ ਆਇਓ। ਤਾਂ ਫਿਰ ਦੁਆਰਪਾਲ ਜਿਹੜਾ ਉਹ ਅੰਦਰ ਆਇਆ, ਕਿਉਂਕਿ ਭੀਮ ਚੰਦ ਦਾ ਵਜ਼ੀਰ ਵੀ ਸਤਿਗੁਰਾਂ ਦੇ ਬਾਹਰ ਦਰਵਾਜ਼ੇ ਤੇ ਆ ਪਹੁੰਚਿਆ ਤੇ ਉਹਦਾ ਸੁਨੇਹਾ ਲੈ ਕੇ ਗੁਰਾਂ ਨਾਲ ਮਿਲਣ ਹੇਤੂ ਜਿਹੜਾ ਗੁਰਾਂ ਦਾ ਦੁਆਰਪਾਲ ਹੈ ਉਹ ਅੰਦਰ ਆ ਪਹੁੰਚਿਆ, ਗੁਰਾਂ ਨੂੰ ਅਵਗਤ ਕਰਾਉਣ ਤੋਂ ਕਿ ਇਸ ਤਰ੍ਹਾਂ ਅਮਾਤਯ ਭੀਮ ਚੰਦ ਦਾ ਆਇਆ ਹੈ ਤੇ ਆਪ ਜੀ ਨਾਲ ਮਿਲਣਾ ਚਾਹੁੰਦਾ ਹੈ। ਸੋ ਇਹ ਖਬਰ ਪਹੁੰਚਾਉਣ ਵਾਸਤੇ ਜਿਹੜਾ ਦੁਆਰਪਾਲ ਹੈ ਉਹ ਸਤਿਗੁਰਾਂ ਦੇ ਦੀਵਾਨ ਵਿੱਚ ਪਹੁੰਚਿਆ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਕਰਨ। ਢੇੜ ਜਾਮ ਜਬ ਬੈਠ ਬਿਤਾਇਓ। ਦੁਆਰਪਾਲ ਤਬ ਅੰਤਰ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।